श्री राग महला पहला। आपै गुण आपै कथे, आपे सुन विचार। प्रभु आप ही अपने गुण है, आप ही उन्हां गुणां ਨੂੰ ਬਿਆਨ ਕਰਦਾ ਹੈ। ਆਪ ਹੀ ਆਪਣੀ ਸਿਫਤ ਸਲਾਹ ਸੁਣ ਕੇ ਉਸ ਨੂੰ ਵਿਚਾਰਦਾ ਹੈ, ਉਸ ਵਿੱਚ ਸੁਰਤ ਜੋੜਦਾ ਹੈ। ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ। हे प्रभु, तू आप ही अपना नाम रूप रतन है, तू आप ही उस रतन दा मुल पाण वाला है, तू आप ही अपने नाम रतन दा बेअंत मुल है। साचो मान महत तू, आपे देवनहार। तू आप ही सदा कायम रहन वाला मान है, वडियाई है। तू आप ही जीवां नूं मान वडियाई देण वाला है। हर जीओ तू करता करतार। हे प्रभु जी, हरेक शै दा पैदा करन वाला तू आप ही है। ज्यों पावे त्यों राख तू, हर नाम मिले आचार। हे प्रभु, ਜਿਵੇਂ ਤੈਨੂੰ ਚੰਗਾ ਲੱਗੇ ਮੈਨੂੰ ਆਪਣੇ ਨਾਮ ਵਿੱਚ ਜੋੜੀ ਰੱਖ। हे ਹਰੀ, ਮਿਹਰ ਕਰ ਮੈਨੂੰ ਤੇਰਾ ਨਾਮ ਮਿਲ ਜਾਵੇ। ਤੇਰਾ ਨਾਮ ਹੀ ਮੇਰੇ ਵਾਸਤੇ ਚੰਗੇ ਤੋਂ ਚੰਗਾ ਕਰਤੱਵ ਹੈ। ਰਹਾਉ ਆਪੇ ਹੀਰਾ ਨਿਰਮਲਾ, ਆਪੇ ਰੰਗ ਮਜੀਠ। हे प्रभु, तू आप ही चमकदा हीरा है, तू आप ही मजीठ दा रंग है। आपे मोती उजलो, आपे भगत बसीठ। तू आप ही लिशकदा मोती है, तू आप ही अपने भगतां दा विचोला है। गुर के शब्द सलाहना, घट घट ढीठ अडीठ। सतगुरु दे शब्द दी राही तेरी सिफत सलाह हो सकती है। हरेक शरीर विच तू ही दिस रहा है ते तू ही अदृष्ट है। आपे सागर बोथा, आपे पार अपार। हे प्रभु, ये संसार समुंदर तू आप ही है। इस विचों पार लंघाण लई जहाज भी तू आप ही है। इस संसार समुंदर दा पारला ते उरारला कंडा भी तू आप ही है। साची वाट सुजान तू, शब्द लंघावन हार। हे प्रभु, तेरी भगती रूप पैंडा भी तू आप ही है। तू सब कुछ जानदा है। गुर शब्द दी राही इस संसार समुंदर विचों भगती दी राही पार लंघाण वाला भी तू ही है। निडरियां डर जानिए, बाज गुरु गोबार। गुरु दी शरण तो बिना ये जीवन सफर जीवां वास्ते कुप हनेरा है। हे प्रभु, ਜਿਹੜੇ जीव तेरा डर पौ नहीं रखते उन्हां नूं दुनिया दा सहम सहारना पैंदा है। अस्थिर करता देखिए, होर केती आवे जाए। इस जगत विच एक करतार ही सदा स्थिर रहन वाला दिसदा है। होर बेअंत सृष्टि जमदी मरदी रहिंदी है। आपे निर्मल एक तू, होर बंदी तंदे पाए। हे प्रभु, एक तू ही माया दे मोह दी मैल तो साफ है। बाकी सारी दुनिया माया दे मोह दे बंधना विच बझी पई है। गुर राखे से उबरे, साचे स्यों लिव लाए। जिन्हां नूं गुरु ने इस मोह तो बचा लिया है, वो सदा स्थिर प्रभु दे चरनां विच सुरत जोड़ के बच गए हैं।
ਹਰ ਜੀਓ ਸ਼ਬਦ ਪਛਾਣੀਏ, ਸਾਚ ਰਤੇ ਗੁਰਵਾਕ। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਵਿੱਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ, ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ ਪਛਾਣ ਪੈ ਸਕਦੀ ਹੈ। ਤਿੰਨ ਤਨ ਮੈਲ ਨਾ ਲੱਗਈ, ਸੱਚ ਕਰ ਜਿਸ ਉਤਾਕ। ਗੁਰੂ ਦੀ ਰਾਹੀਂ ਜਿਸ ਮਨੁੱਖ ਦੀ ਬੈਠਕ ਸਦਾ ਸਿਰ ਪ੍ਰਭੂ ਦੇ ਘਰ ਵਿੱਚ ਚਰਨਾਂ ਵਿੱਚ ਹੋ ਜਾਂਦੀ ਹੈ, ਉਸ ਦੇ ਸਰੀਰ ਵਿੱਚ ਮਾਇਆ ਦੀ ਮੈਲ ਨਹੀਂ ਲੱਗਦੀ। ਨਦਰ ਕਰੇ ਸੱਚ ਪਾਈਏ, ਬਿਨ ਨਾਵੇਂ ਕਿਆ ਸਾਕ। ਉਹ ਸਦਾ ਸਿਰ ਪ੍ਰਭੂ ਜਿਸ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਉਸ ਦਾ ਨਾਮ ਸਿਮਰਨ ਤੋਂ ਬਿਨਾਂ ਉਸ ਨਾਲ ਸੰਬੰਧ ਨਹੀਂ ਬਣ ਸਕਦਾ। ਜਿਨੀ ਸੱਚ ਪਛਾਣਿਆ, ਸੇ ਸੁਖੀਏ ਜੁਗ ਚਾਰ। ਜਿਨ੍ਹਾਂ ਬੰਦਿਆਂ ਨੇ ਸਦਾ ਸਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਿਕ ਆਨੰਦ ਮਾਣਦੇ ਹਨ। ਹਉਮੈ ਤ੍ਰਿਸ਼ਨਾ ਮਾਰ ਕੇ, ਸੱਚ ਰੱਖਿਆ ਉਰ ਧਾਰ। ਉਹ ਆਪਣੀ ਹਉਮੈ ਅਤੇ ਮਾਇਆ ਵਾਲੀ ਤ੍ਰਿਸ਼ਨਾ ਮਾਰ ਕੇ ਸਦਾ ਸਿਰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਰੱਖਦੇ ਹਨ। ਜਗ ਮੈਂ ਲਾਹਾ ਏਕ ਨਾਮ, ਪਾਈਏ ਗੁਰ ਵਿਚਾਰ। ਜਗਤ ਵਿੱਚ ਆਉਣ ਦਾ ਪਰਮਾਤਮਾ ਦਾ ਇੱਕ ਨਾਮ ਹੀ ਲਾਭ ਹੈ, ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ। ਸਾਚੂ ਵਖਰ ਲਾਦੀਏ, ਲਾਭ ਸਦਾ ਸੱਚ ਰਾਸ। ਹੇ ਵਣਜਾਰੇ ਜੀਵ, ਸਦਾ ਸਥਿਰ ਰਹਿਣ ਵਾਲੇ ਨਾਮ ਦੀ ਰਾਸ ਪੂੰਜੀ ਹੀ ਜੋੜਨੀ ਚਾਹੀਦੀ ਹੈ। ਇਸ ਵਿੱਚੋਂ ਉਹ ਨਫਾ ਪੈਦਾ ਹੁੰਦਾ ਹੈ ਜੋ ਸਦਾ ਕਾਇਮ ਰਹਿੰਦਾ ਹੈ। ਸਾਚੀ ਦਰਗਹਿ ਬੈਸਈ, ਭਗਤ ਸੱਚੀ ਅਰਦਾਸ। ਜਿਹੜਾ ਮਨੁੱਖ ਸਦਾ ਸਥਿਰ ਪ੍ਰਭੂ ਦੀ ਭਗਤੀ ਕਰਦਾ ਹੈ, ਉਸ ਦੇ ਤੇ ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ ਸਿਰ ਹਜ਼ੂਰੀ ਵਿੱਚ ਬੈਠਦਾ ਹੈ। ਪਤ ਸਿਉ ਲੇਖਾ ਨਿਬੜੇ, ਰਾਮ ਨਾਮ ਪਰਗਾਸ। ਉਸ ਦਾ ਜੀਵਨ ਸਫਰ ਦਾ ਲੇਖਾ ਇੱਜ਼ਤ ਨਾਲ ਸਾਫ਼ ਹੋ ਜਾਂਦਾ ਹੈ, ਕਿਉਂਕਿ ਉਸ ਦੇ ਅੰਦਰ ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ। ਊਚਾ ਊਚੂ ਆਖੀਏ, ਕਹੋ ਨਾ ਦੇਖਿਆ ਜਾਏ। ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ। ਹਰ ਪਾਸੇ ਵੱਲੋਂ ਇਹੀ ਆਖਿਆ ਜਾਂਦਾ ਹੈ। ਮੈਂ ਵੀ ਆਖਦਾ ਹਾਂ ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ। ਜਹ ਦੇਖਾਂ ਤਹ ਏਕ ਤੂੰ, ਸਤਿਗੁਰ ਦੀਆ ਦਿਖਾਏ। ਜਦੋਂ ਮੈਨੂੰ ਸਤਿਗੁਰੂ ਨੇ ਇਹ ਪ੍ਰਭੂ ਤੇਰਾ ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ ਤੂੰ ਹੀ ਤੂੰ ਦਿਸਦਾ ਹੈ। ਜੋਤ ਨਿਰੰਤਰ ਜਾਣੀਏ, ਨਾਨਕ ਸਹਿਜ ਸੁਭਾਏ। ਹੇ ਨਾਨਕ, ਗੁਰੂ ਦੀ ਸ਼ਰਨ ਪੈ ਕੇ ਆਤਮਿਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਪ੍ਰੇਮ ਵਿੱਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤ ਇੱਕ ਰਸ ਹਰ ਥਾਂ ਮੌਜੂਦ ਹੈ। ਸ੍ਰੀ ਰਾਗ ਮਹਿਲਾ ਪਹਿਲਾ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ। ਅਣਜਾਣ ਮੱਛੀ ਨੇ ਜਾਲ ਨੂੰ ਨਾ ਸਮਝਿਆ ਕਿ ਜਾਲ ਉਸ ਦੀ ਮੌਤ ਦਾ ਕਾਰਨ ਬਣਦਾ ਹੈ, ਅਤੇ ਨਾ ਹੀ ਉਸਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ ਕਿ ਸਮੁੰਦਰ ਵਿੱਚ ਟਿਕੇ ਰਿਹਾ ਹੀ ਉਸ ਦੀ ਜ਼ਿੰਦਗੀ ਕਾਇਮ ਰਹਿ ਸਕਦੀ ਹੈ। ਅਤ ਸਿਆਣੀ ਸੋਹਣੀ
ਕਿਉਂ ਕੀਤੋ ਵੇਸਾ। ਵੇਖਣ ਨੂੰ ਮੱਛੀ ਬੜੀ ਸੋਹਣੀ ਤੇ ਸਿਆਣੀ ਜਾਪਦੀ ਹੈ, ਪਰ ਉਸਨੂੰ ਜਾਲ ਦਾ ਇਤਬਾਰ ਨਹੀਂ ਕਰਨਾ ਚਾਹੀਦਾ ਸੀ। ਕੀਤੇ ਕਾਰਨ ਪਾਕੜੀ, ਕਾਲ ਨਾ ਟਲੇ ਸਿਰਾ। ਜਾਲ ਉੱਤੇ ਇਤਬਾਰ ਕਰਨ ਦੇ ਕਾਰਨ ਹੀ ਫੜੀ ਜਾਂਦੀ ਹੈ ਤੇ ਉਸਦੇ ਸਿਰ ਉੱਤੋਂ ਮੌਤ ਟਲਦੀ ਨਹੀਂ। ਜੀਵ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਅਥਾਹ ਸਮੁੰਦਰ ਪ੍ਰਭੂ ਵਿੱਚ ਲੀਨ ਰਿਹਾ ਹੀ ਆਤਮਿਕ ਜੀਵਨ ਕਾਇਮ ਰਹਿੰਦਾ ਹੈ। ਮੂਣੀ ਮਾਇਆ ਦਾ ਇਤਬਾਰ ਕਰ ਬੈਠਦਾ ਹੈ ਤੇ ਆਤਮਿਕ ਮੌਤ ਸੇੜਦਾ ਹੈ। ਮੌਤ ਦਾ ਸਹਿਮ ਹਰ ਵੇਲੇ ਇਸ ਦੇ ਸਿਰ ਉੱਤੇ ਸਵਾਰ ਰਹਿੰਦਾ ਹੈ। ਭਾਈ ਰੇ ਇਉਂ ਸਿਰ ਜਾਨੋ ਕਾਲ। ਹੇ ਭਾਈ, ਆਪਣੇ ਸਿਰ ਉੱਤੇ ਮੌਤ ਨੂੰ ਇਉਂ ਹੀ ਸਮਝੋ, ਜਿਉਂ ਮੱਛੀ ਤਿਉਂ ਮਾਨਸਾ, ਪਵੇ ਅਚਿੰਤਾ ਜਾਲ। ਜਿਵੇਂ ਮੱਛੀ ਨੂੰ ਅਚਨਚੇਤ ਮਾਛੀ ਦਾ ਜਾਲ ਆ ਪੈਂਦਾ ਹੈ, ਤਿਵੇਂ ਮਨੁੱਖ ਦੇ ਸਿਰ ਉੱਤੇ ਅਚਨਚੇਤ ਮੌਤ ਆ ਪੈਂਦੀ ਹੈ। ਰਹਾਉ ਸਭ ਜਗ ਬਾਧੋ ਕਾਲ ਕੋ, ਬਿਨ ਗੁਰ ਕਾਲ ਅਫਾਰ। ਸਾਰਾ ਜਗਤ ਮੌਤ ਦੇ ਡਰ ਦਾ ਬੱਧਾ ਹੋਇਆ ਹੈ। ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮੌਤ ਦਾ ਸਹਿਮ ਹਰੇਕ ਦੇ ਸਿਰ ਉੱਤੇ ਅਮਿਟ ਹੈ। ਸੱਚ ਰਤੇ ਸੇ ਉਭਰੇ, ਦੁਬਦਾ ਛੋੜ ਵਿਕਾਰ। ਜਿਹੜੇ ਮਨੁੱਖ ਸਦਾ ਸਿਰ ਪ੍ਰਭੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ, ਉਹ ਵਿਕਾਰ ਛੱਡ ਕੇ, ਮਨ ਦੀ ਮਾਇਆ ਵੱਲ ਡੋਲਣੀ ਹਾਲਤ ਛੱਡ ਕੇ ਮੌਤ ਦੇ ਸਹਿਮ ਤੋਂ ਬਚ ਜਾਂਦੇ ਹਨ। ਹਉ ਤਿਨ ਕੇ ਬਲਹਾਰਣੇ, ਦਰ ਸੱਚੇ ਸਚਿਆਰ। ਮੈਂ ਉਹਨਾਂ ਤੋਂ ਸਦਕੇ ਹਾਂ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਦੇ ਦਰ 'ਤੇ ਸੁਰਖਰੂ ਹੁੰਦੇ ਹਨ। ਸੀ ਚਾਨੇ ਜਿਉਂ ਪੰਖੀਆ, ਜਾਲੀ ਬਦਕ ਹਾਥ। ਜਿਵੇਂ ਬਾਜ ਅਤੇ ਫਾਂਦੀ ਦੇ ਹੱਥ ਵਿੱਚ ਫੜੀ ਹੋਈ ਜਾਲੀ ਪੰਛੀਆਂ ਵਾਸਤੇ ਮੌਤ ਦਾ ਸੁਨੇਹਾ ਹਨ, ਤਿਵੇਂ ਮਾਇਆ ਦਾ ਮੋਹ ਮਨੁੱਖਾਂ ਵਾਸਤੇ ਆਤਮਿਕ ਮੌਤ ਦਾ ਕਾਰਨ ਹੈ। ਗੁਰ ਰਾਖੇ ਸੇ ਉਬਰੇ, ਹੋਰ ਫਾਥੇ ਚੋਗੇ ਸਾਥ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ ਮਾਇਆ ਜਾਲ ਵਿੱਚੋਂ ਬਚ ਨਿਕਲੇ। ਬਾਕੀ ਦੇ ਸਾਰੇ ਮਾਇਆ ਦੇ ਚੋਗੇ ਨਾਲ ਮੋਹ ਦੀ ਜਾਲੀ ਵਿੱਚ ਫਸ ਗਏ। ਬਿਨ ਨਾਵੇਂ ਚੁਨ ਸੁੱਟੀਏ, ਕੋਈ ਨਾ ਸੰਗੀ ਸਾਥ। ਜਿਨ੍ਹਾਂ ਦੇ ਪੱਲੇ ਨਾਮ ਨਹੀਂ, ਉਹ ਚੁਣ ਚੁਣ ਕੇ ਮਾਇਆ ਜਾਲ ਵਿੱਚ ਸੁੱਟੇ ਜਾਂਦੇ ਹਨ। ਉਹਨਾਂ ਦਾ ਕੋਈ ਵੀ ਐਸਾ ਸੰਗੀ ਸਾਥੀ ਨਹੀਂ ਬਣਦਾ ਜੋ ਉਹਨਾਂ ਨੂੰ ਇਸ ਜਾਲ ਵਿੱਚੋਂ ਕੱਢ ਸਕੇ। ਸੱਚੋ ਸੱਚ ਆਖੀਏ, ਸੱਚੇ ਸੱਚਾ ਥਾਨ। ਮੌਤ ਦੇ ਸਹਿਮ ਤੋਂ ਅਤੇ ਆਤਮਿਕ ਮੌਤ ਤੋਂ ਬਚਣ ਲਈ, ਹੇ ਭਾਈ, ਉਸ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ, ਜਿਸ ਦਾ ਤਖਤ ਅਟਲ ਹੈ। ਜਿਨੀ ਸੱਚਾ ਮੰਨਿਆ, ਤਿਨ ਮਨ ਸੱਚ ਧਿਆਨ। ਜਿਨ੍ਹਾਂ ਦਾ ਮਨ ਸਿਮਰਨ ਵਿੱਚ ਗਿੱਝ ਜਾਂਦਾ ਹੈ, ਉਹਨਾਂ ਦੇ ਮਨ ਵਿੱਚ ਪਰਮਾਤਮਾ ਦੀ ਯਾਦ ਦੀ ਲਿਵ ਲੱਗ ਜਾਂਦੀ ਹੈ। ਮਨ ਮੁਖ ਸੂਚੇ ਜਾਣੀਏ, ਗੁਰਮੁਖ ਜਿਨ੍ਹਾਂ ਗਿਆਨ। ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਦੇ ਮਨ ਵਿੱਚ ਤੇ ਮੂੰਹ ਵਿੱਚ ਪਰਮਾਤਮਾ ਨਾਲ ਡੂੰਘੀ ਸਾਂਝ ਟਿਕ ਜਾਂਦੀ ਹੈ, ਉਹ ਬੰਦੇ ਪਵਿੱਤਰ ਸਮਝੇ ਜਾਂਦੇ ਹਨ। ਸਤਿਗੁਰ ਅੱਗੇ ਅਰਦਾਸ ਕਰ, ਸਾਜਨ ਦੇ ਮਿਲਾਏ। ਹੇ ਮੇਰੇ ਮਨ, ਸੱਜਣ ਪ੍ਰਭੂ ਨੂੰ ਮਿਲਣ ਵਾਸਤੇ
ਸਦਾ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਰਹੋ। ਗੁਰੂ ਸੱਜਣ ਪ੍ਰਭੂ ਮਿਲਾ ਦਿੰਦਾ ਹੈ। ਸਾਜਨ ਮਿਲੀਏ ਸੁਖ ਪਾਇਆ, ਜਮਦੂਤ ਮੂਏ ਬਿਖ ਖਾਏ। ਜੇ ਸੱਜਣ ਪ੍ਰਭੂ ਮਿਲ ਪਏ ਤਾਂ ਆਤਮਿਕ ਆਨੰਦ ਮਿਲ ਜਾਂਦਾ ਹੈ। ਜਮਦੂਤ ਤਾਂ ਇਉਂ ਸਮਝੋ ਕਿ ਜ਼ਹਿਰ ਖਾ ਕੇ ਮਰ ਜਾਂਦੇ ਹਨ। ਭਾਵ ਜਮਦੂਤ ਨੇੜੇ ਹੀ ਨਹੀਂ ਟੁਕਦੇ। ਨਾਵੇ ਅੰਦਰ ਹਉ ਵਸਾਂ, ਨਾਉ ਵਸੇ ਮਨ ਆਏ। ਜੇ ਸੱਜਣ ਪ੍ਰਭੂ ਮਿਲ ਪਏ ਤਾਂ ਮੈਂ ਉਸ ਦੇ ਨਾਮ ਵਿੱਚ ਸਦਾ ਟਿਕਿਆ ਰਹਿ ਸਕਦਾ ਹਾਂ। ਉਸ ਦਾ ਨਾਮ ਸਦਾ ਲਈ ਮੇਰੇ ਮਨ ਵਿੱਚ ਆ ਵਸਦਾ ਹੈ। ਬਾਜ ਗੁਰੂ ਗੋਬਾਰ ਹੈ, ਬਿਨ ਸ਼ਬਦੇ ਬੂਝ ਨਾ ਪਾਏ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਜੀਵ ਵਾਸਤੇ ਚਾਰ ਚੁਫੇਰੇ ਮਾਇਆ ਦੇ ਮੋਹ ਦਾ ਕੁੱਪ ਹਨੇਰਾ ਰਹਿੰਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਸਮਝ ਨਹੀਂ ਪੈਂਦੀ ਕਿ ਮੈਂ ਮਾਇਆ ਦੇ ਮੋਹ ਵਿੱਚ ਫਸਿਆ ਪਿਆ ਹਾਂ। ਗੁਰਮਤੀ ਪਰਗਾਸ ਹੋਏ, ਸੱਚ ਰਹੇ ਲਿਵ ਲਾਏ। ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਸਿੱਖਿਆ ਨਾਲ ਆਤਮਿਕ ਚਾਨਣ ਹੁੰਦਾ ਹੈ, ਉਹ ਸਦਾ ਸਿਰ ਪ੍ਰਭੂ ਵਿੱਚ ਆਪਣੀ ਸੁਰਤ ਜੋੜੀ ਰੱਖਦਾ ਹੈ। ਤਿੱਥੇ ਕਾਲ ਨਾ ਸੰਚਰੇ, ਜੋਤੀ ਜੋਤ ਸਮਾਏ। ਉਸ ਆਤਮਿਕ ਅਵਸਥਾ ਵਿੱਚ ਮੌਤ ਦਾ ਡਰ ਪਹੁੰਚ ਨਹੀਂ ਸਕਦਾ, ਕਿਉਂਕਿ ਜੀਵ ਦੀ ਜੋਤ ਪਰਮਾਤਮਾ ਦੀ ਜੋਤ ਵਿੱਚ ਲੀਨ ਰਹਿੰਦੀ ਹੈ। ਤੂੰ ਹੈ ਸਾਜਨ, ਤੂੰ ਸੁਜਾਨ, ਤੂੰ ਆਪੇ ਮਿਲਣ ਹਾਰ। हे ਪ੍ਰਭੂ, ਤੂੰ ਹੀ ਮੇਰਾ ਮਿੱਤਰ ਹੈ। ਤੂੰ ਹੀ ਮੇਰਾ ਦੁੱਖ ਦਰਦ ਜਾਣਨ ਵਾਲਾ ਹੈ। ਤੂੰ ਆਪ ਹੀ ਮੈਨੂੰ ਆਪਣੇ ਚਰਨਾਂ ਵਿੱਚ ਮਿਲਾਣ ਦੇ ਸਮਰੱਥ ਹੈ। ਗੁਰ ਸ਼ਬਦੀ ਸਲਾਹੀਏ, ਅੰਤ ਨਾ ਪਾਰਾਵਾਰ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਤੇਰੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਉਂਝ ਤਾਂ ਤੇਰੇ ਗੁਣਾਂ ਦਾ ਅੰਤ, ਤੇਰੇ ਗੁਣਾਂ ਦਾ ਪਾਰਲਾ ਉਰਲਾ ਬੰਨਾ ਲੱਭਿਆ ਹੀ ਨਹੀਂ ਜਾ ਸਕਦਾ। ਤਿੱਥੇ ਕਾਲ ਨਾ ਅਪੜੇ, ਜਿੱਥੇ ਗੁਰ ਕਾ ਸ਼ਬਦ ਅਪਾਰ। ਜਿਸ ਹਿਰਦੇ ਵਿੱਚ ਗੁਰੂ ਦਾ ਸ਼ਬਦ ਟਿਕਿਆ ਹੋਇਆ ਹੈ, ਬੇਅੰਤ ਪ੍ਰਭੂ ਆਪ ਟਿਕਿਆ ਹੋਇਆ ਹੈ, ਉੱਥੇ ਮੋਹ ਦਾ ਡਰ ਪਹੁੰਚ ਨਹੀਂ ਸਕਦਾ। ਹੁਕਮੀ ਸਭੇ ਉਪਜੈ, ਹੁਕਮੀ ਕਾਰ ਕਮਾਏ। ਮਾਇਆ ਦੇ ਮੋਹ ਦੇ ਜਾਲ ਵਿੱਚੋਂ ਨਿਕਲਣਾ ਜੀਵ ਦੇ ਵੱਸ ਦੀ ਗੱਲ ਨਹੀਂ। ਪਰਮਾਤਮਾ ਦੇ ਹੁਕਮ ਵਿੱਚ ਸਾਰੇ ਜੀਵ ਪੈਦਾ ਹੁੰਦੇ ਹਨ। ਉਸ ਦੇ ਹੁਕਮ ਵਿੱਚ ਹੀ ਕਾਰ ਕਰਦੇ ਹਨ। ਹੁਕਮੀ ਕਾਲੇ ਵਸ ਹੈ, ਹੁਕਮੀ ਸਾਚ ਸਮਾਹੇ। ਪ੍ਰਭੂ ਦੇ ਹੁਕਮ ਵਿੱਚ ਹੀ ਸ੍ਰਿਸ਼ਟੀ ਮੌਤ ਦੇ ਡਰ ਦੇ ਅਧੀਨ ਹੈ। ਹੁਕਮ ਅਨੁਸਾਰ ਹੀ ਜੀਵ ਸਦਾ ਸਿਰ ਪ੍ਰਭੂ ਦੀ ਯਾਦ ਵਿੱਚ ਟਿਕਦੇ ਹਨ। ਨਾਨਕ ਜੋ ਤਿਸ ਭਾਵੇ ਸੋ ਥੀਏ, ਇਹਨਾਂ ਜਨਤਾ ਵਸ ਕਿਛ ਨਾਹੀ। हे ਨਾਨਕ, ਉਹੀ ਕੁਝ ਹੁੰਦਾ ਹੈ ਜੋ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਇਹਨਾਂ ਜੀਵਾਂ ਦੇ ਵਸ ਵਿੱਚ ਕੁਝ ਨਹੀਂ। ਸ੍ਰੀ ਰਾਗ ਮਹਿਲਾ ਪਹਿਲਾ। ਮਨ ਝੂਠੇ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਜੇ ਜੀਵ ਦਾ ਮਨ ਵਿਕਾਰਾਂ ਦੀ ਛੋਹ ਨਾਲ ਝੂਠਾ ਹੋ ਚੁੱਕਾ ਹੈ ਤਾਂ ਉਸ ਦੇ ਸਰੀਰ ਵਿੱਚ ਵੀ ਝੂਠ ਹੀ ਝੂਠ ਹੈ। ਸਾਰੇ ਗਿਆਨ ਇੰਦਰੀ ਵਿਕਾਰਾਂ ਵੱਲ ਹੀ ਦੌੜਦੇ ਹਨ। ਉਸ ਦੀ ਜੀਭ ਖਾਣ ਦੇ ਚਸਕਿਆਂ ਨਾਲ ਝੂਠੀ ਹੋਈ ਰਹਿੰਦੀ ਹੈ। ਮੁਖ ਝੂਠੇ ਝੂਠ ਬੋਲਣਾ, ਕਿਉਂ ਕਰ ਸੂਚਾ ਹੋਏ। ਝੂਠੇ ਮੂੰਹ ਨਾਲ ਝੂਠ ਬੋਲਣ ਦਾ ਹੀ ਸੁਭਾਅ ਬਣ ਜਾਂਦਾ ਹੈ। ਅਜਿਹਾ ਜੀਵ ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ ਸੁੱਚਾ ਕਦੇ ਵੀ ਨਹੀਂ ਹੋ ਸਕਦਾ।
ਬਿਨ ਅਬ ਸ਼ਬਦ ਨਾ ਮਾਂਜੀਏ, ਸਾਚੇ ਤੇ ਸੁਚ ਹੋਏ। ਗੁਰੂ ਦੇ ਸ਼ਬਦ ਜਲ ਤੋਂ ਬਿਨਾਂ ਮਨ ਮਾਂਜਿਆ ਨਹੀਂ ਜਾ ਸਕਦਾ, ਤੇ ਇਹ ਸੱਚ ਸਿਮਰਨ ਸਦਾ ਸਿਰ ਪ੍ਰਭੂ ਤੋਂ ਹੀ ਮਿਲਦਾ ਹੈ। ਮੁੰਦੇ ਗੁਣਹੀਣੀ ਸੁਖ ਕੇ, ਹੇ ਭੋਲੀ ਜੀਵ ਇਸਤਰੀਏ, ਜੇ ਆਪਣੇ ਅੰਦਰ ਆਤਮਿਕ ਸੁਖ ਦੇਣ ਵਾਲੇ ਗੁਣਾਂ ਤੋਂ ਸਖਣੀ ਹੈ, ਉਸ ਨੂੰ ਬਾਹਰਲੇ ਕਿਸੇ ਹੋਰ ਤਰੀਕੇ ਨਾਲ ਆਤਮਿਕ ਸੁਖ ਨਹੀਂ ਮਿਲ ਸਕਦਾ। ਪਿਰ ਰਲੀਆਂ ਰਸ ਮਾਨਸੀ, ਸਾਚ ਸ਼ਬਦ ਸੁਖ ਨੇ। ਆਤਮਿਕ ਸੁਖ ਉਸ ਨੂੰ ਹੈ ਜੋ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦੀ ਹੈ, ਜੋ ਗੁਰੂ ਦੇ ਸ਼ਬਦ ਵਿੱਚ ਜੁੜੀ ਹੋਈ ਹੈ, ਜੋ ਪ੍ਰਭੂ ਦੇ ਪਿਆਰ ਵਿੱਚ ਮਸਤ ਹੈ। ਪਤੀ ਪ੍ਰਭੂ ਦੇ ਮਿਲਾਪ ਦੇ ਸੁਖ ਉਹੀ ਜੀਵ ਇਸਤਰੀ ਆਨੰਦ ਨਾਲ ਮਾਣਦੀ ਹੈ। ਰਹਾਉ ਪਿਰ ਪਰਦੇਸੀ ਜੇ ਥੀਏ, ਧਨ ਵਾਂਢੀ ਝੁਰੇ। ਜੇ ਪਤੀ ਪ੍ਰਭੂ ਜੀਵ ਇਸਤਰੀ ਦੇ ਹਿਰਦੇ ਦੇਸ਼ ਵਿੱਚ ਪ੍ਰਗਟ ਨਹੀਂ, ਉਸ ਦੇ ਹਿਰਦੇ ਨੂੰ ਛੱਡ ਕੇ ਹੋਰ ਹਿਰਦੇ ਦੇਸ਼ ਦਾ ਨਿਵਾਸੀ ਹੈ, ਤਾਂ ਪਤੀ ਤੋਂ ਵਿਛੜੀ ਹੋਈ ਉਹ ਜੀਵ ਇਸਤਰੀ ਝੂਰਦੀ ਰਹਿੰਦੀ ਹੈ, ਅੰਦਰੇ ਅੰਦਰ ਚਿੰਤਾ ਨਾਲ ਖਾਧੀ ਜਾਂਦੀ ਹੈ। ਜਿਉਂ ਜਲ ਥੋੜੇ ਮਛਲੀ, ਕਰਨ ਪਲਾਵ ਕਰੇ। ਜਿਵੇਂ ਥੋੜੇ ਪਾਣੀ ਵਿੱਚ ਮੱਛੀ ਤੜਫਦੀ ਹੈ, ਤਿਵੇਂ ਉਹ ਤਰਲੇ ਲੈਂਦੀ ਰਹਿੰਦੀ ਹੈ। ਪਿਰ ਭਾਵੇ ਸੁਖ ਪਾਈਏ, ਜਾਂ ਆਪੇ ਨਦਰ ਕਰੇ। ਆਤਮਿਕ ਸੁਖ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਪਤੀ ਨੂੰ ਜੀਵ ਇਸਤਰੀ ਚੰਗੀ ਲੱਗੇ, ਜਦੋਂ ਉਹ ਆਪ ਉਸ ਉੱਤੇ ਮਿਹਰ ਦੀ ਨਜ਼ਰ ਕਰੇ। ਪਿਰ ਸਲਾਹੀ ਆਪਣਾ, ਸਖੀ ਸਹੇਲੀ ਨਾਲ। ਹੇ ਜੀਵ ਇਸਤਰੀ, ਤੂੰ ਸਖੀਆਂ ਸਹੇਲੀਆਂ ਨਾਲ ਮਿਲ ਕੇ, ਭਾਵ ਸਾਧ ਸੰਗਤ ਵਿੱਚ ਬੈਠ ਕੇ ਆਪਣੇ ਪਤੀ ਪ੍ਰਭੂ ਦੀ ਸਿਫਤ ਸਲਾਹ ਕਰ। ਤਨ ਸੋਹੈ ਮਨ ਮੋਹਿਆ, ਰਤੀ ਰੰਗ ਨਿਹਾਲ। ਜਿਹੜੀ ਜੀਵ ਇਸਤਰੀ ਸਿਫਤ ਸਲਾਹ ਕਰਦੀ ਹੈ, ਉਸ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਹੋ ਜਾਂਦਾ ਹੈ। ਉਸ ਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਮੋਹਿਆ ਜਾਂਦਾ ਹੈ। ਉਹ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਉਸ ਦਾ ਦਰਸ਼ਨ ਕਰਦੀ ਹੈ। ਸ਼ਬਦ ਸਵਾਰੀ ਸੋਹਣੀ, ਪਿਰ ਰਾਵੇ ਗੁਣ ਨਾਲ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦਾ ਜੀਵਨ ਸੰਵਰ ਜਾਂਦਾ ਹੈ। ਗੁਣਾਂ ਨਾਲ ਉਹ ਸੋਹਣੀ ਬਣ ਜਾਂਦੀ ਹੈ, ਤੇ ਪਤੀ ਪ੍ਰਭੂ ਉਸ ਨੂੰ ਪਿਆਰ ਕਰਦਾ ਹੈ। ਕਾਮਨ ਕਾਮ ਨਾ ਆਵਈ, ਖੋਟੀ ਅਵਗਨਿਆਰ। ਗੁਣ ਤੋਂ ਸਖਣੀ ਹੋਣ ਕਰਕੇ ਜਿਹੜੀ ਜੀਵ ਇਸਤਰੀ ਅੰਦਰੋਂ ਖੋਟੀ ਹੈ ਤੇ ਔਗੁਣਾਂ ਨਾਲ ਭਰੀ ਹੋਈ ਹੈ, ਉਸ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ। ਨਾ ਸੁਖ ਪੀਏ ਸਹੁਰੇ, ਝੂਠ ਜਲੀ ਵੇਕਾਰ। ਨਾ ਇਸ ਲੋਕ ਵਿੱਚ ਨਾ ਪਰਲੋਕ ਵਿੱਚ ਕਿਤੇ ਵੀ ਉਸ ਨੂੰ ਆਤਮਿਕ ਸੁਖ ਨਹੀਂ ਮਿਲਦਾ। ਝੂਠ ਵਿੱਚ, ਵਿਕਾਰ ਵਿੱਚ ਉਹ ਸੜ ਜਾਂਦੀ ਹੈ। ਉਸ ਦਾ ਆਤਮਿਕ ਜੀਵਨ ਸੜ ਜਾਂਦਾ ਹੈ। ਆਵਨ ਵੰਜਨ ਡਾਖੜੋ, ਛੋਡੀ ਕੰਤ ਵਿਸਾਰ। ਉਸ ਦੇ ਵਾਸਤੇ ਜਨਮ ਮਰਨ ਦਾ ਔਖਾ ਗੇੜ ਬਣਿਆ ਰਹਿੰਦਾ ਹੈ, ਕਿਉਂਕਿ ਕੰਤ ਪ੍ਰਭੂ ਨੇ ਉਸ ਨੂੰ ਭੁਲਾ ਦਿੱਤਾ ਹੁੰਦਾ ਹੈ। ਪਿਰ ਕੀ ਨਾਰ ਸੁਹਾਵਣੀ, ਮੁੱਤੀ ਸੋ ਕਿਤ ਸਾਧ। ਪਰ ਉਹ ਪਤੀ ਪ੍ਰਭੂ ਦੀ ਸੋਹਣੀ ਨਾਰ ਸੀ। ਉਹ ਕਿਸ ਸਵਾਦ ਵਿੱਚ ਫਸਣ ਕਰਕੇ ਛੁੱਟੜ ਹੋ ਗਈ। ਪਿਰ ਕੈ ਕਾਮ ਨ ਆਵਈ, ਬੋਲੇ ਫਾਦਲ ਬਾਧ। ਉਹ ਕਿਉਂ ਵਿਅਰਥ ਫਜ਼ੂਲ ਬੋਲਦੀ ਹੈ, ਜੋ ਪਤੀ ਪ੍ਰਭੂ ਨਾਲ ਮਿਲਾਪ ਵਾਸਤੇ ਕੰਮ ਨਹੀਂ ਦੇ ਸਕਦੇ।
ਦਰ ਘਰ ਢੋਈ ਨਾ ਲਹੇ, ਛੂਟੀ ਦੂਜੇ ਸਾਧ। ਉਹ ਜੀਵ ਇਸਤਰੀ ਪ੍ਰਭੂ ਨੂੰ ਭੁਲਾ ਕੇ ਮਾਇਆ ਦੇ ਸਵਾਦ ਵਿੱਚ ਫਸਣ ਕਰਕੇ ਛੁੱਟੜ ਹੋਈ ਹੈ। ਤਾਈਏ ਉਸ ਨੂੰ ਪ੍ਰਭੂ ਦੇ ਦਰ ਤੇ ਪ੍ਰਭੂ ਦੇ ਮਹਿਲ ਵਿੱਚ ਟਿਕਣ ਲਈ ਆਸਰਾ ਨਹੀਂ ਮਿਲਦਾ। ਮਾਇਆ ਦਾ ਮੋਹ ਉਸ ਨੂੰ ਭਟਕਣਾ ਵਿੱਚ ਪਾਈ ਰੱਖਦਾ ਹੈ। ਪੰਡਤ ਵਾਚੇ ਪੋਥੀਆਂ, ਨਾ ਬੂਝੇ ਵਿਚਾਰ। ਪੰਡਤ ਲੋਕ ਧਰਮ ਪੁਸਤਕਾਂ ਪੜ੍ਹਦੇ ਹਨ, ਪਰ ਅੰਦਰੋਂ ਗੁਣਹੀਨ ਹੋਣ ਕਰਕੇ ਉਹ ਪੁਸਤਕਾਂ ਦੀ ਵਿਚਾਰ ਨਹੀਂ ਸਮਝਦੇ। ਅਨ ਕੋ ਮਤੀ ਦੇ ਚਲੇ, ਮਾਇਆ ਕਾਵਾ ਪਾਰ। ਹੋਰਨਾਂ ਨੂੰ ਹੀ ਮੱਤਾਂ ਦੇ ਕੇ ਜਗਤ ਤੋਂ ਚਲੇ ਜਾਂਦੇ ਹਨ। ਉਹਨਾਂ ਦਾ ਇਹ ਸਾਰਾ ਉਦਮ ਮਾਇਆ ਕਮਾਉਣ ਲਈ ਵਪਾਰ ਹੀ ਬਣਿਆ ਰਹਿ ਜਾਂਦਾ ਹੈ। ਕਥਨੀ ਝੂਠੀ ਜਗ ਪਵੇ, ਰਹਿਣੀ ਸ਼ਬਦ ਸੋ ਸਾਰ। ਸਾਰਾ ਜਗਤ ਝੂਠੀ ਕਥਨੀ ਵਿੱਚ ਹੀ ਭਟਕਦਾ ਰਹਿੰਦਾ ਹੈ। ਭਾਵ ਆਮ ਤੌਰ 'ਤੇ ਜੀਵਾਂ ਦੇ ਅੰਦਰ ਝੂਠ ਫਰੇਬ ਹੈ ਤੇ ਬਾਹਰ ਗਿਆਨ ਦੀਆਂ ਗੱਲਾਂ ਹਨ। ਪ੍ਰਭੂ ਦੀ ਸਿਫਤ ਸਲਾਹ ਦਾ ਸ਼ਬਦ ਹਿਰਦੇ ਵਿੱਚ ਟਿਕਾਈ ਰੱਖਣਾ ਹੀ ਸ੍ਰੇਸ਼ਟ ਰਹਿਣੀ ਹੈ। ਕੇਤੇ ਪੰਡਤ ਜੋਤ ਕੀ, ਬੇਦਾ ਕਰੇ ਵਿਚਾਰ। ਅਨੇਕਾਂ ਹੀ ਪੰਡਤ ਜੋਤਸ਼ੀ ਆਦਿਕ ਵੇਦਾਂ ਦੇ ਮੰਤਰਾਂ ਨੂੰ ਵਿਚਾਰਦੇ ਹਨ। ਵਾਦ ਵਿਰੋਧ ਸਲਾਹਣੇ, ਵਾਦੇ ਆਵਣ ਜਾਣ। ਆਪੋ ਵਿੱਚ ਮਤਭੇਦ ਹੋਣ ਦੇ ਕਾਰਨ ਚਰਚਾ ਕਰਦੇ ਹਨ ਤੇ ਵਿਦਵਤਾ ਦੇ ਕਾਰਨ ਵਾਹ ਵਾਹ ਅਖਵਾਉਂਦੇ ਹਨ, ਪਰ ਨਿਰੇ ਇਸ ਮਤਭੇਦ ਵਿੱਚ ਰਹਿ ਕੇ ਹੀ ਉਹਨਾਂ ਦਾ ਜਨਮ ਮਰਨ ਬਣਿਆ ਰਹਿੰਦਾ ਹੈ। ਬਿਨ ਗੁਰ ਕਰਮ ਨ ਛੂਟ ਸੀ, ਕਹਿ ਸੁਣ ਆਖ ਵਖਾਣ। ਕੋਈ ਵੀ ਮਨੁੱਖ ਨਿਰਾ ਚੰਗਾ ਵਖਿਆਨ ਕਰਕੇ ਜਾਂ ਸੁਣ ਕੇ ਆਤਮਿਕ ਆਨੰਦ ਨਹੀਂ ਲੈ ਸਕਦਾ ਤੇ ਜਨਮ ਮਰਨ ਦੇ ਗੇੜ ਵਿੱਚੋਂ ਖਲਾਸੀ ਹਾਸਲ ਨਹੀਂ ਕਰ ਸਕਦਾ। ਹਉਮੈ ਹੰਕਾਰ ਛੱਡ ਕੇ ਗੁਰੂ ਦੀ ਸ਼ਰਨ ਪੈਣ ਦੀ ਲੋੜ ਹੈ। ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ। ਸਭ ਗੁਣਵੰਤੀ ਆਖੀਐ, ਮੈਂ ਗੁਣ ਨਾਹੀਂ ਕੋਏ। ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਪਤੀ ਨੂੰ ਪਿਆਰੀਆਂ ਲੱਗਦੀਆਂ ਹਨ, ਉਹੀ ਸਾਰੀਆਂ ਗੁਣਾਂ ਵਾਲੀਆਂ ਆਖੀਆਂ ਜਾਂਦੀਆਂ ਹਨ, ਪਰ ਮੇਰੇ ਅੰਦਰ ਕੋਈ ਐਸਾ ਗੁਣ ਨਹੀਂ ਹੈ ਜਿਸ ਦੀ ਬਰਕਤ ਨਾਲ ਮੈਂ ਪ੍ਰਭੂ ਪਿਆਰ ਨੂੰ ਆਪਣੇ ਹਿਰਦੇ ਵਿੱਚ ਵਸਾ ਸਕਾਂ। ਹਰ ਵਰ ਨਾਰ ਸੁਹਾਵਣੀ, ਮੈਂ ਭਾਵੇ ਪ੍ਰਭ ਸੋਏ। ਜੇ ਉਹ ਹਰੀਪਤੀ ਪ੍ਰਭੂ ਮੈਨੂੰ ਪਿਆਰਾ ਲੱਗਣ ਲੱਗ ਪਵੇ ਤਾਂ ਮੈਂ ਵੀ ਉਸ ਦੀ ਸੋਹਣੀ ਨਾਰ ਬਣ ਜਾਵਾਂ। ਨਾਨਕ ਸ਼ਬਦ ਮਿਲਾਵੜਾ, ਨਾ ਵਿਛੋੜਾ ਹੋਏ। ਹੇ ਨਾਨਕ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਸ ਨੇ ਪ੍ਰਭੂ ਚਰਨਾਂ ਨਾਲ ਸੋਹਣਾ ਮਿਲਾਪ ਹਾਸਲ ਕਰ ਲਿਆ ਹੈ, ਉਸ ਤੋਂ ਫਿਰ ਵਿਛੋੜਾ ਨਹੀਂ ਹੁੰਦਾ। ਸ੍ਰੀ ਰਾਗ ਮਹਿਲਾ ਪਹਿਲਾ। ਜਪ ਤਪ ਸੰਜਮ ਸਾਧੀਏ, ਤੀਰਥ ਕੀਚੇ ਵਾਸ। ਜੇ ਕਿਸੇ ਸਿੱਧੀ ਆਦਿਕ ਵਾਸਤੇ ਮੰਤਰਾਂ ਦੇ ਪਾਠ ਕੀਤੇ ਜਾਣ, ਧੂਣੀਆਂ ਆਦਿਕ ਤਪਾ ਕੇ ਸਰੀਰ ਨੂੰ ਕਸ਼ਟ ਦਿੱਤਾ ਜਾਵੇ, ਇੰਦਰੀਆਂ ਨੂੰ ਵਸ ਵਿੱਚ ਕਰਨ ਦਾ ਕੋਈ ਸਾਧਨ ਕੀਤਾ ਜਾਵੇ, ਕਿਸੇ ਤੀਰਥ ਉੱਤੇ ਇਸ਼ਨਾਨ ਕੀਤਾ ਜਾਵੇ, ਪੁੰਨ ਦਾਨ ਚੰਗਿਆਈਆਂ, ਬਿਨ ਸਾਚੇ ਕਿਆ ਤਾਸ। ਜੇ ਖਲਕਤ ਦੇ ਭਲੇ ਵਾਸਤੇ ਦਾਨ ਪੁੰਨ ਆਦਿਕ ਚੰਗੇ ਕੰਮ ਕੀਤੇ ਜਾਣ, ਪਰ ਪਰਮਾਤਮਾ ਦਾ ਸਿਮਰਨ ਨਾ ਕੀਤਾ ਜਾਏ, ਤਾਂ ਪ੍ਰਭੂ ਸਿਮਰਨ ਤੋਂ ਬਿਨਾਂ ਉੱਪਰਲੇ ਸਾਰੇ ਹੀ ਉਦਮਾਂ ਦਾ ਕੋਈ ਲਾਭ ਨਹੀਂ। ਜਿਹਾ ਰਾਧੇ ਤੇਹਾ ਲੂਣੇ,
ਬਿਨ ਗੁਣ ਜਨਮ ਵਿਨਾਸ਼। ਮਨੁੱਖ ਜਿਹਾ ਵੀ ਬੀਜਦਾ ਹੈ, ਉਹ ਜਿਹਾ ਫਲ ਵੱਢਦਾ ਹੈ। ਜੇ ਸਿਮਰਨ ਨਹੀਂ ਕੀਤਾ ਤਾਂ ਆਤਮਿਕ ਗੁਣ ਕਿੱਥੋਂ ਆ ਜਾਣ, ਤੇ ਆਤਮਿਕ ਗੁਣਾਂ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ। ਮੁੰਦੇ ਗੁਣ ਦਾਸੀ ਸੁਖ ਹੋਏ। ਹੇ ਭੋਲੀ ਜੀਵ ਇਸਤਰੀ, ਆਤਮਿਕ ਗੁਣਾਂ ਤੋਂ ਬਿਨਾਂ ਆਤਮਿਕ ਸੁਖ ਨਹੀਂ ਹੋ ਸਕਦਾ, ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਗੁਣ ਪੈਦਾ ਨਹੀਂ ਹੋ ਸਕਦੇ। ਗੁਣਾਂ ਦੀ ਖਾਤਰ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ, ਤਦੋਂ ਹੀ ਆਤਮਿਕ ਸੁਖ ਹੋਵੇਗਾ। ਅਵਗਣ ਤਿਆਗ ਸਮਾਈਐ, ਗੁਰਮਤਿ ਪੂਰਾ ਸੋਏ। ਔਗਣਾਂ ਨੂੰ ਛੱਡ ਕੇ ਹੀ ਪ੍ਰਭੂ ਚਰਨਾਂ ਵਿੱਚ ਲੀਨ ਹੋ ਸਕੀਦਾ ਹੈ। ਗੁਰੂ ਦੀ ਮੱਤ ਉੱਤੇ ਤੁਰਿਆਂ ਹੀ ਉਹ ਪੂਰਾ ਪ੍ਰਭੂ ਮਿਲਦਾ ਹੈ। ਰਹਾਉ ਵਿਨ ਰਾਸੀ ਵਪਾਰੀਆ, ਤੱਕੇ ਕੁੰਡਾਂ ਚਾਰ। ਸਰਮਾਏ ਤੋਂ ਬਿਨਾਂ ਵਪਾਰੀ ਨਫੇ ਵਾਸਤੇ ਵਿਅਰਥ ਹੀ ਚੌਹੀਂ ਪਾਸੀਂ ਤੱਕਦਾ ਹੈ। ਮੂਲ ਨਾ ਬੂਝੇ ਆਪਣਾ, ਵਸਤ ਰਹੀ ਘਰ ਬਾਰ। ਜਿਹੜਾ ਮਨੁੱਖ ਆਪਣੀ ਜ਼ਿੰਦਗੀ ਦੇ ਮੂਲ ਪ੍ਰਭੂ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ ਘਰ ਦੇ ਅੰਦਰ ਹੀ ਅਣਪਛਾਤਾ ਪਿਆ ਰਹਿੰਦਾ ਹੈ। ਵਿਨ ਵੱਖਰ ਦੁੱਖ ਅਗਲਾ, ਕੂੜ ਮੁੱਠੀ ਕੁੜਿਆਰ। ਨਾਸ਼ਵੰਤ ਪਦਾਰਥਾਂ ਦੇ ਵਪਾਰਨ ਜੀਵ ਇਸਤਰੀ ਕੂੜ ਵਿੱਚ ਲੱਗ ਕੇ ਆਤਮਿਕ ਗੁਣਾਂ ਵੱਲੋਂ ਲੁੱਟੀ ਜਾ ਰਹੀ ਹੈ। ਨਾਮ ਵੱਖਰ ਤੋਂ ਵਾਂਝੇ ਰਹਿ ਕੇ ਉਸ ਨੂੰ ਬਹੁਤ ਆਤਮਿਕ ਕਲੇਸ਼ ਵਿਆਪਦਾ ਹੈ। ਲਾਹਾ ਐਨਸ ਨੌਤਣਾ, ਪਰਖੇ ਰਤਨ ਵਿਚਾਰ। ਜਿਹੜਾ ਮਨੁੱਖ ਸੋਚ ਸਮਝ ਕੇ ਨਾਮ ਰਤਨ ਨੂੰ ਪਰਖਦਾ ਹੈ, ਨਾਮ ਦੀ ਕੀਮਤ ਪਾਉਂਦਾ ਹੈ, ਉਸ ਨੂੰ ਦਿਨ ਰਾਤ ਆਤਮਿਕ ਗੁਣਾਂ ਦਾ ਨਿਤ ਨਵਾਂ ਨਫਾ ਪੈਂਦਾ ਹੈ। ਵਸਤ ਲਹੇ ਕਰ ਆਪਣੀ, ਚੱਲੇ ਕਾਰਜ ਸਾਰ। ਵਣਜਾਰਿਆ ਸਿਉ ਵਣਜ ਕਰ, ਗੁਰਮੁਖ ਬ੍ਰਹਮ ਵਿਚਾਰ। ਜਿਹੜਾ ਮਨੁੱਖ ਨਾਮ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮ ਦਾ ਵਣਜ ਕਰਦਾ ਹੈ, ਜੋ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਸੋਚ ਮੰਡਲ ਵਿੱਚ ਲਿਆਉਂਦਾ ਹੈ, ਉਹ ਆਪਣੇ ਹਿਰਦੇ ਵਿੱਚ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਦਾ ਮਨੋਰਥ ਸਿਰੇ ਚਾੜ ਕੇ ਇੱਥੋਂ ਜਾਂਦਾ ਹੈ। ਸੰਤਾਂ ਸੰਗਤ ਪਾਈਏ, ਜੇ ਮੇਲੇ ਮਿਲਣ ਹਾਰ। ਪਰਮਾਤਮਾ ਆਪ ਹੀ ਆਤਮਿਕ ਗੁਣਾਂ ਦਾ ਖਜ਼ਾਨਾ ਲਵਾ ਸਕਦਾ ਹੈ। ਜੇ ਉਸ ਖਜ਼ਾਨੇ ਨਾਲ ਮਿਲਾਪ ਕਰਾਉਣ ਦੇ ਸਮਰੱਥ ਪ੍ਰਭੂ ਆਪ ਮਿਲਾਪ ਕਰਾ ਦੇਵੇ, ਤਾਂ ਉਹ ਖਜ਼ਾਨਾ ਸੰਤਾਂ ਦੀ ਸੰਗਤ ਵਿੱਚ ਰਿਹਾ ਲੱਭ ਸਕਦਾ ਹੈ। ਮਿਲਿਆ ਹੋਏ ਨਾ ਵਿਛੜੇ, ਜਿਸ ਅੰਤਰ ਜੋਤ ਅਪਾਰ। ਤੇ ਜਿਸ ਮਨੁੱਖ ਦੇ ਅੰਦਰ ਬੇਅੰਤ ਪ੍ਰਭੂ ਦੀ ਜੋਤ ਇੱਕ ਵਾਰੀ ਜਗ ਪਵੇ, ਉਹ ਪ੍ਰਭੂ ਚਰਨਾਂ ਵਿੱਚ ਮਿਲਿਆ ਫਿਰ ਮੁੜ ਵਿਛੜਦਾ ਨਹੀਂ। ਸੱਚੇ ਆਸਨ ਸੱਚ ਰਹੇ, ਸੱਚੇ ਪ੍ਰੇਮ ਪਿਆਰ। ਕਿਉਂਕਿ ਉਹ ਅਡੋਲ ਆਤਮਿਕ ਆਸਨ ਉੱਤੇ ਬੈਠ ਜਾਂਦਾ ਹੈ, ਉਹ ਸਦਾ ਸਿਰ ਪ੍ਰਭੂ ਵਿੱਚ ਲਿਵ ਲਾ ਲੈਂਦਾ ਹੈ, ਉਹ ਆਪਣਾ ਪ੍ਰੇਮ ਪਿਆਰ ਸਦਾ ਸਿਰ ਪ੍ਰਭੂ ਵਿੱਚ ਪਾ ਲੈਂਦਾ ਹੈ। ਜਿਨੀ ਆਪ ਪਛਾਣਿਆ, ਘਰ ਮੈਂ ਮਹਿਲ ਸੁਥਾਏ। ਗੁਰੂ ਦੀ ਮੱਤ ਉੱਤੇ ਤੁਰ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ, ਉਹਨਾਂ ਨੂੰ ਆਪਣੇ ਹਿਰਦੇ ਰੂਪ ਸੋਹਣੇ ਥਾਂ ਵਿੱਚ ਹੀ ਪਰਮਾਤਮਾ ਦਾ ਨਿਵਾਸ ਸਥਾਨ ਲੱਭ ਪੈਂਦਾ ਹੈ। ਸੱਚੇ ਸੇਤੀ ਰਤਿਆਂ, ਸੱਚੋ ਪੱਲੇ ਪਾਏ।
ਸਦਾ ਸਿਰ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਰਹਿਣ ਦੇ ਕਾਰਨ ਉਹਨਾਂ ਨੂੰ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਮਿਲ ਪੈਂਦਾ ਹੈ। ਤ੍ਰਿਭਵਨ ਸੋ ਪ੍ਰਭ ਜਾਨੀਏ, ਸਾਚੋ ਸਾਚੇ ਨਾਏ। ਹੇ ਭੋਲੀ ਜੀਵ ਇਸਤਰੀ, ਜੇ ਸੱਚੇ ਪ੍ਰਭੂ ਦੇ ਨਾਮ ਵਿੱਚ ਜੁੜੇ ਰਹੀਏ ਤਾਂ ਉਹ ਸਦਾ ਸਿਰ ਪ੍ਰਭੂ ਨੂੰ ਤਿੰਨਾਂ ਭਵਨਾਂ ਵਿੱਚ ਵਿਆਪਕ ਪਛਾਣ ਲਈਦਾ ਹੈ। ਸਾ ਧਨ ਖਰੀ ਸੁਹਾਵਣੀ, ਜਿਨ ਪਿਰ ਜਾਤਾ ਸੰਗ। ਗੁਰੂ ਦੀ ਸ਼ਰਨ ਪੈ ਕੇ ਜਿਸ ਜੀਵ ਇਸਤਰੀ ਨੇ ਪਤੀ ਪ੍ਰਭੂ ਨੂੰ ਆਪਣੇ ਅੰਗ ਸੰਗ ਸਮਝ ਲਿਆ ਹੈ, ਉਹ ਜੀਵ ਇਸਤਰੀ ਸੱਚਮੁੱਚ ਸੋਹਣੇ ਜੀਵਨ ਵਾਲੀ ਹੋ ਜਾਂਦੀ ਹੈ। ਮਹਿਲੀ ਮਹਿਲ ਬੁਲਾਈਏ, ਸੋ ਪਿਰ ਰਾਵੇ ਰੰਗ। ਉਹ ਜੀਵ ਇਸਤਰੀ ਪ੍ਰਭੂ ਦੇ ਮਹਿਲ ਵਿੱਚ ਸੱਦੀ ਜਾਂਦੀ ਹੈ। ਉਹ ਪ੍ਰਭੂ ਪਤੀ ਪ੍ਰੇਮ ਰੰਗ ਵਿੱਚ ਆ ਕੇ ਉਸ ਨੂੰ ਪਿਆਰ ਕਰਦਾ ਹੈ। ਸੱਚ ਸੁਹਾਗਨ ਸਾ ਭਲੀ, ਪਿਰ ਮੋਹੀ ਗੁਣ ਸੰਗ। ਪਤੀ ਪ੍ਰਭੂ ਨੇ ਆਤਮਿਕ ਗੁਣਾਂ ਨਾਲ ਉਸ ਨੂੰ ਅਜਿਹਾ ਮੋਹ ਲਿਆ ਹੁੰਦਾ ਹੈ ਕਿ ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਕੇ ਸੁਹਾਗ ਭਾਗ ਵਾਲੀ ਨੇਕ ਬਣ ਜਾਂਦੀ ਹੈ। ਭੂਲੀ ਭੂਲੀ ਥਲ ਚੜਾਂ, ਥਲ ਚੜ ਡੂਗਰ ਜਾਓ। ਆਤਮਿਕ ਗੁਣਾਂ ਦੇ ਵਣਜ ਤੋਂ ਖੁੰਝ ਕੇ, ਜੀਵਨ ਦੇ ਸਹੀ ਰਸਤੇ ਤੋਂ ਭੁੱਲ ਕੇ, ਜੇ ਮੈਂ ਦੁਨੀਆ ਛੱਡ ਕੇ ਵੀ ਸਾਰੀ ਧਰਤੀ ਉੱਤੇ ਫਿਰਦੀ ਰਹਾਂ, ਧਰਤੀ ਉੱਤੇ ਭ੍ਰਮਣ ਕਰਕੇ ਜੇ ਫਿਰ ਮੈਂ ਪਹਾੜ ਉੱਤੇ ਵੀ ਜਾ ਚੜਾਂ, ਜੇ ਮੈਂ ਕਿਸੇ ਪਹਾੜ ਦੀ ਗੁਫਾ ਵਿੱਚ ਵੀ ਜਾ ਟਿਕਾਂ, ਬਨ ਮੈਂ ਭੂਲੀ ਜੇ ਫਿਰਾਂ, ਬਿਨ ਗੁਰ ਬੂਝ ਨਾ ਪਾਉ। ਸਹੀ ਰਸਤੇ ਤੋਂ ਖੁੰਝ ਕੇ ਜੇ ਮੈਂ ਜੰਗਲਾਂ ਵਿੱਚ ਭਟਕਦੀ ਫਿਰਾਂ ਤਾਂ ਵੀ ਮੈਨੂੰ ਆਤਮਿਕ ਰਸਤੇ ਦੀ ਸਹੀ ਸਮਝ ਨਹੀਂ ਪੈ ਸਕਦੀ, ਕਿਉਂਕਿ ਗੁਰੂ ਤੋਂ ਬਿਨਾਂ ਇਸ ਰਸਤੇ ਦੀ ਸੂਝ ਨਹੀਂ ਪੈਂਦੀ। ਨਾਮੋਂ ਭੁੱਲੀ ਜੇ ਫਿਰਾਂ, ਫਿਰ ਆਵੋ ਜਾਓ। ਜੇ ਮੈਂ ਪਰਮਾਤਮਾ ਦੇ ਨਾਮ ਤੋਂ ਖੁੰਝੀ ਹੋਈ ਜੰਗਲਾਂ ਪਹਾੜਾਂ ਵਿੱਚ ਫਿਰਦੀ ਰਹਾਂ ਤਾਂ ਮੈਂ ਮੁੜ ਜਨਮ ਮਰਨ ਦਾ ਗੇੜ ਸੇੜ ਲਵਾਂਗੀ। ਪੁੱਛੋ ਜਾਏ ਪਦਾਊਆਂ, ਚੱਲੇ ਚਾਕਰ ਹੋਏ। ਹੇ ਭੋਲੀ ਜੀਵ ਇਸਤਰੀ, ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ ਜਾ ਕੇ ਉਹਨਾਂ ਆਤਮਰਾਈਆਂ ਨੂੰ ਪੁੱਛ ਜਿਹੜੇ ਪ੍ਰਭੂ ਦਰ ਤੇ ਸੇਵਕ ਬਣ ਕੇ ਜੀਵਨ ਰਸਤੇ ਉੱਤੇ ਤੁਰ ਰਹੇ ਹਨ। ਰਾਜਨ ਜਾਣੇ ਆਪਣਾ, ਦਰ ਕਰ ਠਾਕ ਨਾ ਹੋਏ। ਉਹ ਇਸ ਸ੍ਰਿਸ਼ਟੀ ਦੇ ਮਾਲਕ ਪਾਤਸ਼ਾਹ ਨੂੰ ਆਪਣਾ ਸਮਝਦੇ ਹਨ। ਉਹਨਾਂ ਨੂੰ ਪ੍ਰਭੂ ਪਾਤਸ਼ਾਹ ਦੇ ਦਰ ਦੇ ਘਰ ਵਿੱਚ ਜਾਣੋਂ ਕੋਈ ਰੋਕ ਨਹੀਂ ਹੁੰਦੀ। ਨਾਨਕ ਏਕੋ ਰਵ ਰਹਿਆ, ਦੂਜਾ ਅਵਰ ਨਾ ਕੋਏ। ਹੇ ਨਾਨਕ, ਉਹਨਾਂ ਨੂੰ ਹਰ ਥਾਂ ਇੱਕ ਪਰਮਾਤਮਾ ਹੀ ਮੌਜੂਦ ਦਿਸਦਾ ਹੈ। ਕਿਤੇ ਵੀ ਉਹਨਾਂ ਨੂੰ ਉਸ ਤੋਂ ਬਿਨਾਂ ਕੋਈ ਹੋਰ ਨਹੀਂ ਦਿਸਦਾ। ਸ੍ਰੀ ਰਾਗ ਮਹਿਲਾ ਪਹਿਲਾ। ਗੁਰ ਤੇ ਨਿਰਮਲ ਜਾਨੀਏ, ਨਿਰਮਲ ਦੇ ਸਰੀਰ। ਹੇ ਭਾਈ, ਗੁਰੂ ਦੀ ਰਾਹੀਂ ਹੀ ਉਸ ਪਵਿੱਤਰ ਨਾਮ ਜਲ ਨਾਲ ਸਾਂਝ ਪੈਂਦੀ ਹੈ ਤੇ ਮਨੁੱਖ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਭਾਵ ਸਾਰੇ ਗਿਆਨ ਇੰਦਰੀ ਵਿਕਾਰਾਂ ਦੀ ਮੈਲ ਤੋਂ ਬਚੇ ਰਹਿੰਦੇ ਹਨ। ਨਿਰਮਲ ਸਾਚੋ ਮਨ ਵਸੈ, ਸੋ ਜਾਣੇ ਅਬ ਪੀਰ। ਗੁਰੂ ਦੀ ਕਿਰਪਾ ਨਾਲ ਉਹ ਸਦਾ ਸਥਿਰ ਪਵਿੱਤਰ ਪ੍ਰਭੂ ਜੋ ਮਨੁੱਖ ਦੇ ਅੰਦਰਲੀ ਵੇਦਨਾ ਜਾਣਦਾ ਹੈ, ਮਨੁੱਖ ਦੇ ਮਨ ਵਿੱਚ ਆ ਪ੍ਰਗਟਦਾ ਹੈ। ਇਸ ਪ੍ਰਕਾਸ਼ ਦੀ ਬਰਕਤ ਨਾਲ ਮਨ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ। ਸਹਿਜੇ ਤੇ ਸੁਖ ਅਗਲੋ, ਨਾ ਲਾਗੇ ਜਮ ਤੀਰ।
ਸਹਿਜ ਅਵਸਥਾ ਤੋਂ ਬਹੁਤ ਆਤਮਿਕ ਆਨੰਦ ਉਪਜਦਾ ਹੈ। ਜਮ ਦਾ ਤੀਰ ਵੀ ਨਹੀਂ ਪਾਉਂਦਾ, ਮੌਤ ਦਾ ਡਰ ਨਹੀਂ ਵਿਆਪਦਾ। ਭਾਈ ਰੇ ਮੈਲ ਨਹੀਂ ਨਿਰਮਲ ਜਲ ਨਾਏ। ਹੇ ਭਾਈ, ਜਿਵੇਂ ਸਾਫ਼ ਪਾਣੀ ਵਿੱਚ ਨਹਾਤਿਆਂ ਸਰੀਰ ਦੀ ਮੈਲ ਲੈ ਜਾਂਦੀ ਹੈ, ਤਿਵੇਂ ਪਰਮਾਤਮਾ ਦੇ ਪਵਿੱਤਰ ਨਾਮ ਜਲ ਵਿੱਚ ਇਸ਼ਨਾਨ ਕੀਤਿਆਂ ਮਨ ਉੱਤੇ ਵਿਕਾਰਾਂ ਦੀ ਮੈਲ ਨਹੀਂ ਰਹਿ ਜਾਂਦੀ। ਨਿਰਮਲ ਸਾਚਾ ਏਕ ਤੂੰ, ਹੋਰ ਮੈਲ ਭਰੀ ਸਭ ਜਾਏ। ਇਸ ਵਾਸਤੇ ਹੈ ਭਾਈ, ਉਸ ਆਤਮਿਕ ਇਸ਼ਨਾਨ ਦੀ ਖਾਤਰ ਪਰਮਾਤਮਾ ਦੀ ਸਿਫਤ ਸਲਾਹ ਕਰ ਤੇ ਆਖ, ਹੇ ਪ੍ਰਭੂ, ਸਿਰਫ ਤੂੰ ਸਦਾ ਸਥਿਰ ਪ੍ਰਭੂ ਹੀ ਪਵਿੱਤਰ ਹੈ। ਬਾਕੀ ਹੋਰ ਹਰੇਕ ਥਾਂ ਮਾਇਆ ਦੇ ਮੋਹ ਦੀ ਮੈਲ ਨਾਲ ਭਰੀ ਹੋਈ ਹੈ। ਰਹਾਉ। ਹਰ ਕਾ ਮੰਦਰ ਸੋਹਣਾ, ਕੀਆ ਕਰਨੇ ਹਾਰ। ਜਿਸ ਮਨੁੱਖ ਉੱਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦੇ ਰਚਨਹਾਰ ਕਰਤਾਰ ਨੇ ਆਪਣੇ ਰਹਿਣ ਲਈ ਸੋਹਣਾ ਮਹਿਲ ਬਣਾ ਲਿਆ ਹੈ। ਰਵ ਸਸ ਦੀਪ ਅਨੂਪ ਜੋਤ, ਤ੍ਰਿਭੁਵਨ ਜੋਤ ਅਪਾਰ। ਤਿੰਨਾਂ ਭਵਨਾਂ ਵਿੱਚ ਵਿਆਪਕ ਬੇਅੰਤ ਪ੍ਰਭੂ ਦੀ ਅਨੂਪ ਜੋਤ ਉਸ ਦੇ ਅੰਦਰ ਜਗ ਪੈਂਦੀ ਹੈ। ਉਸ ਦੇ ਅੰਦਰ ਸੂਰਜ ਤੇ ਚੰਦ ਮਾਨੋ ਦੀਵੇ ਜਗ ਪੈਂਦੇ ਹਨ। ਭਾਵ ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਗਿਆਨ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਉਣ ਵਾਲੀ ਸ਼ਾਂਤੀ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ। ਹਾਟ ਪਟਨ ਗੜ ਕੋਠੜੀ, ਸੱਚ ਸੌਦੋ ਵਾਪਾਰ। ਉਸ ਦੇ ਸਰੀਰ ਮੰਦਰ ਵਿੱਚ ਦਿਲ ਦਿਮਾਗ ਆਦਿਕ ਹੱਟੀਆਂ ਸ਼ਹਿਰ ਕਿਲੇ ਅਤੇ ਕੋਠੜੀਆਂ ਹਨ। ਉਹਨਾਂ ਵਿੱਚ ਸੌਦਾ ਵਪਾਰ ਸੱਚ ਰੂਪ ਹੁੰਦਾ ਹੈ। ਗਿਆਨ ਅੰਜਨ ਪੈ ਭੰਜਣਾ, ਦੇਖ ਨਿਰੰਜਨ ਪਾਏ। ਗੁਪਤ ਪ੍ਰਗਟ ਸਭ ਜਾਣੀਏ, ਜੇ ਮਨ ਰਾਖੇ ਠਾਏ। ਜੋ ਮਨੁੱਖ ਆਪਣੇ ਮਨ ਨੂੰ ਇੱਕ ਟਿਕਾਣੇ 'ਤੇ ਰੱਖੇ ਤਾਂ ਉਸਨੂੰ ਦਿਸਦੇ ਅਣਦਿਸਦੇ ਜਗਤ ਵਿੱਚ ਹਰ ਥਾਂ ਪਰਮਾਤਮਾ ਹੀ ਵਸਦਾ ਪ੍ਰਤੀਤ ਹੁੰਦਾ ਹੈ। ਤੂੰ ਵੀ ਹੈ ਭਾਈ, ਪ੍ਰਭੂ ਦੀ ਰਜ਼ਾ ਵਿੱਚ ਰਹਿ ਕੇ ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਵਰਤ ਕੇ ਉਸ ਨੂੰ ਹਰ ਥਾਂ ਵਿਆਪਕ ਵੇਖ ਲੈ। ਐਸਾ ਸਤਿਗੁਰ ਜੇ ਮਿਲੇ, ਤਾਂ ਸਹਿਜੇ ਲਏ ਮਿਲਾਏ। ਸਭ ਡਰ ਨਾਸ ਕਰਨ ਵਾਲਾ ਗਿਆਨ ਦਾ ਸੁਰਮਾ ਦੇਣ ਵਾਲਾ ਗੁਰੂ ਜੇ ਮਿਲ ਪਵੇ ਤਾਂ ਉਸ ਮਨੁੱਖ ਨੂੰ ਅਡੋਲ ਆਤਮਿਕ ਅਵਸਥਾ ਵਿੱਚ ਜੋੜ ਦਿੰਦਾ ਹੈ। ਕਸ ਕਸਵਟੀ ਲਾਈਏ, ਪਰਖੇ ਹਿਤ ਚਿਤ ਲਾਏ। ਜਿਵੇਂ ਸੋਨੇ ਨੂੰ ਪਰਖਣ ਲਈ ਕਸਵਟੀ ਉੱਤੇ ਕਸ ਲਾਈ ਦੀ ਹੈ, ਤਿਵੇਂ ਕਰਤਾਰ ਆਪਣੇ ਪੈਦਾ ਕੀਤੇ ਬੰਦਿਆਂ ਦੇ ਆਤਮਿਕ ਜੀਵਨ ਨੂੰ ਬੜੇ ਪਿਆਰ ਨਾਲ ਧਿਆਨ ਲਾ ਕੇ ਪਰਖਦਾ ਹੈ। ਖੋਟੇ ਠੌਰ ਨਾ ਪਾਈਨੀ, ਖਰੇ ਖਜ਼ਾਨੇ ਪਾਏ। ਖੋਟਿਆਂ ਨੂੰ ਉਸ ਦੇ ਦਰ 'ਤੇ ਥਾਂ ਨਹੀਂ ਮਿਲਦੀ, ਖਰਿਆਂ ਨੂੰ ਉਹ ਆਪਣੇ ਖਜ਼ਾਨੇ ਵਿੱਚ ਸ਼ਾਮਲ ਕਰ ਲੈਂਦਾ ਹੈ। ਆਸ ਅੰਦੇਸਾ ਦੂਰ ਕਰ, ਇਉਂ ਮਲ ਜਾਏ ਸਮਾਏ। ਹੇ ਭਾਈ, ਗੁਰੂ ਦੀ ਸ਼ਰਨ ਪੈ ਕੇ ਆਪਣੇ ਅੰਦਰੋਂ ਦੁਨੀਆ ਦੀਆਂ ਆਸਾਂ ਤੇ ਸਹਿਮ ਕੱਢ। ਇਹ ਉਦਮ ਕਰਨ ਨਾਲ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਏਗੀ ਤੇ ਮਨ ਪ੍ਰਭੂ ਚਰਨਾਂ ਵਿੱਚ ਲੀਨ ਹੋ ਜਾਏਗਾ। ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੇ ਕੋਈ। ਹਰੇਕ ਜੀਵ ਦੁਨੀਆ ਵਾਲਾ ਸੁਖ ਮੰਗਦਾ ਹੈ, ਕੋਈ ਵੀ ਮਨੁੱਖ ਦੁੱਖ ਨਹੀਂ ਮੰਗਦਾ। ਸੁਖੇ ਕੋ ਦੁੱਖ ਅਗਲਾ,
ਮਨ ਮੁਖ ਬੂਝ ਨ ਹੋਏ। ਪਰ ਮਾਇਕ ਸੁਖ ਨੂੰ ਦੁੱਖ ਰੂਪ ਫਲ ਬਹੁਤ ਲੱਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੂੰ ਇਸ ਭੇਤ ਦੀ ਸਮਝ ਨਹੀਂ ਆਉਂਦੀ। ਇਹ ਦੁਨੀਆ ਵਾਲੇ ਸੁਖ ਹੀ ਮੰਗਦਾ ਰਹਿੰਦਾ ਹੈ ਤੇ ਨਾਮ ਤੋਂ ਵਾਂਝਿਆ ਰਹਿੰਦਾ ਹੈ। ਸੁਖ ਦੁੱਖ ਸਮ ਕਰ ਜਾਣੀਏ, ਸ਼ਬਦ ਭੇਦ ਸੁਖ ਹੋਏ। ਅਸਲ ਵਿੱਚ ਦੁਨੀਆ ਦੇ ਸੁੱਖ ਤੇ ਦੁੱਖ ਇੱਕੋ ਜਿਹੇ ਹੀ ਸਮਝਣੇ ਚਾਹੀਦੇ ਹਨ। ਅਸਲ ਆਤਮਿਕ ਸੁੱਖ ਤਦੋਂ ਹੀ ਮਿਲਦਾ ਹੈ ਜੇ ਗੁਰੂ ਦੇ ਸ਼ਬਦੀ ਰਾਹੀਂ ਮਨ ਨੂੰ ਵਿੰਨ ਲਿਆ ਜਾਵੇ, ਮਨ ਨੂੰ ਨੱਥ ਕੇ ਦੁਨੀਆ ਦੇ ਮੌਜ ਮੇਲਿਆਂ ਵੱਲੋਂ ਰੋਕ ਰੱਖਿਆ ਜਾਵੇ। ਵੇਦ ਪੁਕਾਰੈ ਵਾਚੀਐ, ਬਾਣੀ ਬ੍ਰਹਮ ਬਿਆਸ। ਬਿਆਸ ਰਿਸ਼ੀ ਤਾਂ ਮੁੜ ਮੁੜ ਵੇਦ ਨੂੰ ਹੀ ਉੱਚੀ ਉੱਚੀ ਉਚਾਰਦਾ ਹੈ। ਪਰ ਹੇ ਭਾਈ, ਪਰਮਾਤਮਾ ਦੀ ਸਿਫਤਸਲਾਹ ਦੀ ਬਾਣੀ ਪੜ੍ਹਨੀ ਚਾਹੀਦੀ ਹੈ। ਮੁਨ ਜਨ ਸੇਵਕ ਸਾਧਕਾ, ਨਾਮ ਰਤੇ ਗੁਣ ਤਾਸ। ਅਸਲੀ ਮੁਨੀ ਲੋਕ ਸੇਵਕ ਤੇ ਸਾਧਕ ਉਹੀ ਹਨ ਜੋ ਗੁਣਾਂ ਦੇ ਖਜ਼ਾਨੇ ਪਰਮਾਤਮਾ ਦੇ ਨਾਮ ਵਿੱਚ ਰੰਗੇ ਹੋਏ ਹਨ। ਸੱਚ ਰਤੇ ਸੇ ਜਿਨ ਗਏ, ਹਉ ਸਦ ਬਲ ਹਾਰੇ ਜਾਸ। ਜਿਹੜੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ, ਉਹ ਸੰਸਾਰ ਤੋਂ ਜੀਵਨ ਬਾਜੀ ਜਿੱਤ ਕੇ ਜਾਂਦੇ ਹਨ। ਮੈਂ ਵੀ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਚਹੋ ਜੁਗ ਮੈਲੇ ਮਲ ਭਰੇ, ਜਿਨ ਮੁਖ ਨਾਮ ਨਾ ਹੋਏ। ਪਰ ਜਿਨ੍ਹਾਂ ਦੇ ਮੂੰਹ ਵਿੱਚ ਪ੍ਰਭੂ ਦਾ ਨਾਮ ਨਹੀਂ ਹੈ, ਉਹ ਸਦਾ ਹੀ ਮੈਲੇ ਮਨ ਵਾਲੇ ਹਨ। ਉਹਨਾਂ ਦੇ ਮਨ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਨ। ਭਗਤੀ ਪਾਏ ਵਿਹੂਣਿਆ, ਮੂੰਹ ਕਾਲਾ ਪਤ ਖੋਏ। ਪਰਮਾਤਮਾ ਦੀ ਭਗਤੀ ਤੇ ਪਿਆਰ ਤੋਂ ਵਾਂਝੇ ਬੰਦਿਆਂ ਦਾ ਮੂੰਹ ਉਸ ਦੀ ਹਜ਼ੂਰੀ ਵਿੱਚ ਕਾਲਾ ਦਿਸਦਾ ਹੈ। ਉਹ ਆਪਣੀ ਇੱਜ਼ਤ ਗਵਾ ਕੇ ਜਾਂਦੇ ਹਨ। ਜਿਨੀ ਨਾਮ ਵਿਸਾਰਿਆ, ਅਵਗਨ ਮੁੱਠੀ ਰੋਏ। ਜਿਸ ਜਿਸ ਜੀਵ ਇਸਤਰੀ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ, ਉਸ ਦੇ ਆਤਮਿਕ ਸਰਮਾਏ ਨੂੰ ਔਗਣਾਂ ਨੇ ਲੁੱਟ ਲਿਆ ਹੈ। ਉਹ ਰੋਂਦੀ ਪਛਤਾਉਂਦੀ ਹੈ। ਖੋਜਤ ਖੋਜਤ ਪਾਇਆ, ਡਰ ਕਰ ਮਿਲੇ ਮਿਲਾਏ। ਗੁਰੂ ਦੀ ਰਾਹੀਂ ਭਾਲ ਕਰਦਿਆਂ ਕਰਦਿਆਂ ਇਹ ਗੱਲ ਲੱਭ ਪੈਂਦੀ ਹੈ ਕਿ ਪਰਮਾਤਮਾ ਦਾ ਡਰ ਅਦਬ ਹਿਰਦੇ ਵਿੱਚ ਧਾਰਨ ਕੀਤਿਆਂ ਪਰਮਾਤਮਾ ਗੁਰੂ ਦਾ ਮਿਲਾਇਆ ਮਿਲ ਪੈਂਦਾ ਹੈ। ਆਪ ਪਛਾਣੀ ਘਰ ਵਸੇ, ਹਉਮੈ ਤ੍ਰਿਸ਼ਨਾ ਜਾਏ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਆਪਣੇ ਆਪ ਨੂੰ ਪਛਾਣਦਾ ਹੈ, ਉਸ ਦਾ ਮਨ ਬਾਹਰ ਭਟਕਣੋਂ ਹਟ ਕੇ ਅੰਤਰ ਆਤਮੇ ਹੀ ਟਿਕ ਜਾਂਦਾ ਹੈ। ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਨਾਨਕ ਨਿਰਮਲ ਉਜਲੈ, ਜੋ ਰਾਤੈ ਹਰਨਾਏ। ਹੀ ਨਾਨਕ, ਜਿਹੜੇ ਮਨੁੱਖ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦੇ ਜੀਵਨ ਪਵਿੱਤਰ ਤੇ ਰੋਸ਼ਨ ਹੋ ਜਾਂਦੇ ਹਨ। ਸ੍ਰੀ ਰਾਗ ਮਹਿਲਾ ਪਹਿਲਾ। ਸੁਨ ਮਨ ਭੂਲੇ ਬਾਵਰੇ, ਗੁਰ ਕੀ ਚਰਣੀ ਲਾਗ। ਹੇ ਕੁਰਾਹੇ ਪਏ ਕਮਲੇ ਮਨ, ਮੇਰੀ ਸਿੱਖਿਆ ਸੁਣ। ਸਿੱਖਿਆ ਇਹ ਹੈ ਕਿ ਗੁਰੂ ਦੀ ਸ਼ਰਨ ਪਾਓ। ਹਰ ਜਪ ਨਾਮ ਧਿਆਏ ਤੂੰ, ਜਮ ਡਰਪੇ ਦੁੱਖ ਭਾਗ। ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ। ਤੂੰ ਵੀ ਉਹ ਹਰ ਨਾਮ ਜਪ, ਪ੍ਰਭੂ ਚਰਨਾਂ ਵਿੱਚ ਸੁਰਤ ਜੋੜ। ਪ੍ਰਭੂ ਦਾ ਨਾਮ ਸਿਮਰਿਆ ਜਮਰਾਜ ਵੀ
ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ। ਦੁਖ ਘਣੋ ਦੁਹਾਗਣੀ, ਕਿਉਂ ਥਿਰ ਰਹੇ ਸੁਹਾਗ। ਪਰ ਜਿਹੜੀ ਭਾਗਹੀਨ ਜੀਵ ਇਸਤਰੀ ਨਾਮ ਨਹੀਂ ਸਿਮਰਦੀ, ਉਸ ਨੂੰ ਬਹੁਤ ਦੁੱਖ ਕਲੇਸ਼ ਵਿਆਪਦਾ ਹੈ। ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ ਜੇ ਸਿਰ ਉੱਤੇ ਖਸਮ ਸਾਈਂ ਹੋਵੇ। ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉੱਤੇ ਖਸਮ ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ। ਭਾਈ ਰੇ ਅਵਰ ਨਹੀਂ ਮੈਂ ਥਾਊ, ਮੈਂ ਤਨ ਨਾਮ ਨਿਧਾਨ ਹੈ, ਗੁਰ ਦੀਆ ਬਲ ਜਾਓ। ਹੇ ਭਾਈ, ਮੇਰੇ ਵਾਸਤੇ ਤਾਂ ਪ੍ਰਭੂ ਦਾ ਨਾਮ ਹੀ ਧਨ ਹੈ, ਨਾਮ ਹੀ ਖਜ਼ਾਨਾ ਹੈ। ਇਹ ਖਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ, ਗੁਰੂ ਨੇ ਹੀ ਦਿੱਤਾ ਹੈ। ਮੈਂ ਗੁਰੂ ਤੋਂ ਕੁਰਬਾਨ ਹਾਂ। ਨਾਮ ਖਜ਼ਾਨਾ ਹਾਸਲ ਕਰਨ ਲਈ ਮੈਨੂੰ ਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਦਿਸਦਾ। ਰਹਾਊ ਗੁਰਮਤਿ ਪਤ ਸਬਾਸ ਤਿਸ, ਤਿਸ ਕੈ ਸੰਗ ਮਿਲਾਊ। ਸ਼ਬਾਸੇ ਉਸ ਗੁਰੂ ਤੋਂ ਜਿਸ ਗੁਰੂ ਦੀ ਮੱਤ ਮਿਲਿਆਂ ਇੱਜ਼ਤ ਮਿਲਦੀ ਹੈ। ਪ੍ਰਭੂ ਮਿਹਰ ਕਰੇ ਮੈਂ ਉਸ ਗੁਰੂ ਦੀ ਸੰਗਤ ਵਿੱਚ ਮਿਲਿਆ ਰਹਾਂ। ਤਿਸ ਬਿਨ ਘੜੀ ਨਾ ਜੀਵੋ, ਬਿਨ ਨਾਮੇ ਮਰ ਜਾਓ। ਨਾਮ ਦੀ ਦਾਤ ਦੇਣ ਵਾਲੇ ਉਸ ਗੁਰੂ ਤੋਂ ਬਿਨਾਂ ਮੈਂ ਇੱਕ ਘੜੀ ਵੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾਂ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਮੈਂ ਅੰਦਲੇ ਨਾਮ ਨਾ ਵਿਸਰੈ, ਟੇਕ ਟਿਕੀ ਕਰ ਜਾਊ। ਨਾਮ ਤੋਂ ਬਿਨਾਂ ਮੈਂ ਮਾਇਆ ਦੇ ਮੋਹ ਵਿੱਚ ਅੰਨਾ ਹੋ ਜਾਂਦਾ ਹਾਂ। ਪ੍ਰਭੂ ਮਿਹਰ ਕਰੇ ਮੈਨੂੰ ਅੰਨੇ ਨੂੰ ਉਸ ਦਾ ਨਾਮ ਨਾ ਭੁੱਲ ਜਾਵੇ। ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ ਚਰਨਾਂ ਵਿੱਚ ਜੁੜਿਆ ਰਹਾਂ। ਗੁਰੂ ਜਿਨ੍ਹਾਂ ਕਾ ਅੰਧਲਾ, ਚੇਲੇ ਨਹੀਂ ਠਾਊ। ਪਰ ਗੁਰੂ ਵੀ ਹੋਵੇ ਤਾਂ ਸੁਜਾਖਾ ਹੋਵੇ। ਜਿਨ੍ਹਾਂ ਦਾ ਗੁਰੂ ਆਪ ਹੀ ਮਾਇਆ ਦੇ ਮੋਹ ਵਿੱਚ ਅੰਨਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ ਆਤਮਿਕ ਸੁੱਖ ਦਾ ਥਾਂ ਟਿਕਾਣਾ ਨਹੀਂ ਲੱਭ ਸਕਦਾ। ਬਿਨ ਸਤਿਗੁਰ ਨਾਉ ਨਾ ਪਾਈਏ, ਬਿਨ ਨਾਵੇਂ ਕਿਉਂ ਸਵਾਊ। ਪਰ ਗੁਰੂ ਤੋਂ ਬਿਨਾਂ ਪ੍ਰਭੂ ਦਾ ਨਾਮ ਨਹੀਂ ਮਿਲਦਾ। ਨਾਮ ਤੋਂ ਬਿਨਾਂ ਹੋਰ ਕੋਈ ਸੁਚੱਜਾ ਜੀਵਨ ਮਨੋਰਥ ਨਹੀਂ ਹੋ ਸਕਦਾ। ਆਏ ਗਿਆ ਪਛਤਾਵਣਾ, ਜਿਉਂ ਸੁਣੇ ਕਰ ਕਾਊ। ਨਾਮ ਤੋਂ ਵਾਂਝਿਆ ਮਨੁੱਖ ਦੁਨੀਆ ਵਿੱਚ ਆਇਆ ਤੇ ਤੁਰ ਗਿਆ, ਪਛਤਾਵਾ ਹੀ ਨਾਲ ਲੈ ਗਿਆ। ਖਾਲੀ ਹੱਥ ਹੀ ਜਗ ਤੋਂ ਗਿਆ, ਜਿਵੇਂ ਸੁੰਨੇ ਘਰ ਵਿੱਚ ਕਾਂ ਆ ਕੇ ਖਾਲੀ ਜਾਂਦਾ ਹੈ। ਬਿਨ ਨਾਵੇਂ ਦੁੱਖ ਦਿਹੁਰੀ, ਜਿਉਂ ਕੱਲਰ ਕੀ ਪੀਤ। ਨਾਮ ਸਿਮਰਨ ਤੋਂ ਬਿਨਾਂ ਸਰੀਰ ਨੂੰ ਚਿੰਤਾ ਆਦਿਕ ਇਤਨਾ ਦੁੱਖ ਵਿਆਪਦਾ ਹੈ ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ ਜਿਵੇਂ ਕੱਲਰ ਦੀ ਕੰਧ ਕਿਰਦੀ ਰਹਿੰਦੀ ਹੈ। ਤਬ ਲਗ ਮਹਿਲ ਨਾ ਪਾਈਏ, ਜਬ ਲਗ ਸਾਚ ਨਾ ਚੀਤ। ਇਸ ਨੂੰ ਕਿਰਨ ਤੋਂ ਬਚਾਉਣ ਲਈ ਤਦ ਤੱਕ ਪ੍ਰਭੂ ਦਾ ਮਹਿਲ ਰੂਪ ਸਹਾਰਾ ਨਹੀਂ ਮਿਲਦਾ, ਜਦ ਤੱਕ ਉਹ ਸਦਾ ਸਥਿਰ ਪ੍ਰਭੂ ਜੀਵ ਦੇ ਚਿੱਤ ਵਿੱਚ ਨਹੀਂ ਆ ਵਸਦਾ। ਸ਼ਬਦ ਰਪੇ ਕਰ ਪਾਈਏ, ਨਿਰਬਾਣੀ ਪਦ ਨੀਤ। ਜੇ ਗੁਰੂ ਦੇ ਸ਼ਬਦ ਵਿੱਚ ਮਨ ਰੰਗਿਆ ਜਾਵੇ ਤਾਂ ਪ੍ਰਭੂ ਦੀ ਹਜ਼ੂਰੀ ਦੀ ਓਟ ਮਿਲ ਜਾਂਦੀ ਹੈ ਤੇ ਉਹ ਆਤਮਿਕ ਅਵਸਥਾ ਸਦਾ ਲਈ ਮਨੁੱਖ ਨੂੰ ਮਿਲ ਜਾਂਦੀ ਹੈ, ਜਿੱਥੇ ਕੋਈ ਵਾਸ਼ਨਾ ਨਹੀਂ ਪੋ ਸਕਦੀ। ਹਉ ਗੁਰ ਪੁੱਛੋ ਆਪਣੇ, ਗੁਰ ਪੁੱਛ ਕਾਰ ਕਮਾਓ। ਹੇ ਭਾਈ,
ਇਸ ਨਿਰਵਾਣ ਪਦ ਦੀ ਪ੍ਰਾਪਤੀ ਵਾਸਤੇ ਮੈਂ ਆਪਣੇ ਗੁਰੂ ਨੂੰ ਪੁੱਛਾਂਗੀ। ਗੁਰੂ ਨੂੰ ਪੁੱਛ ਕੇ ਉਸ ਦੀ ਦੱਸੀ ਕਾਰ ਕਰਾਂਗੀ। ਸ਼ਬਦ ਸਲਾਹੀ ਮਨ ਵਸੇ, ਹਉਮੈ ਦੁੱਖ ਜਲ ਜਾਊ। ਮੈਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦੀ ਸਿਫਤ ਸਲਾਹ ਕਰਾਂਗੀ। ਭਲਾ ਕਿਤੇ ਪ੍ਰਭੂ ਮੇਰੇ ਮਨ ਵਿੱਚ ਆ ਵਸੇ, ਪ੍ਰਭੂ ਦੀ ਮਿਹਰ ਹੋਵੇ, ਮੇਰਾ ਹਉਮੈ ਦਾ ਦੁੱਖ ਸੜ ਜਾਵੇ। ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਊ। ਸਹਿਜ ਅਵਸਥਾ ਵਿੱਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਵੇ। ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿੱਚ ਮੇਰਾ ਸਦਾ ਲਈ ਮੇਲ ਹੋ ਜਾਵੇ। ਸ਼ਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਹੰਕਾਰ। ਜਿਹੜੇ ਬੰਦੇ ਗੁਰੂ ਦੇ ਸ਼ਬਦ ਵਿੱਚ ਰੰਗੇ ਜਾਂਦੇ ਹਨ, ਉਹ ਕਾਮ ਕ੍ਰੋਧ ਹੰਕਾਰ ਆਦਿਕ ਵਿਕਾਰਾਂ ਨੂੰ ਤਿਆਗ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ। ਨਾਮ ਸਲਾਹਨ ਸਦ ਸਦਾ, ਹਰ ਰਾਖੈ ਉਰ ਤਾਰ। ਉਹ ਸਦਾ ਪ੍ਰਭੂ ਦਾ ਨਾਮ ਸਲਾਉਂਦੇ ਹਨ। ਉਹ ਪਰਮਾਤਮਾ ਦੀ ਯਾਦ ਨੂੰ ਸਦਾ ਆਪਣੇ ਹਿਰਦੇ ਵਿੱਚ ਟਿਕਾ ਰੱਖਦੇ ਹਨ। ਸੋ ਕਿਉ ਮਨੋ ਵਿਸਾਰੀਏ, ਸਭ ਜੀਆਂ ਕਾ ਆਧਾਰ। ਹੇ ਭਾਈ, ਜਿਹੜਾ ਪ੍ਰਭੂ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ, ਉਸ ਨੂੰ ਕਦੇ ਵੀ ਮਨੋਂ ਭੁਲਾਉਣਾ ਨਹੀਂ ਚਾਹੀਦਾ। ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀ ਵਾਰ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਵੱਲੋਂ ਮਰ ਜਾਂਦਾ ਹੈ, ਉਹ ਇਹ ਮਰਨੀ ਮਰ ਕੇ ਸਥਿਰ ਹੋ ਜਾਂਦਾ ਹੈ। ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ। ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ ਮੁੜ ਕਦੇ ਆਤਮਿਕ ਮੌਤੇ ਨਹੀਂ ਮਰਦਾ। ਸ਼ਬਦੇ ਹੀ ਤੇ ਪਾਈਏ, ਹਰ ਨਾਮੇ ਲਗੇ ਪਿਆਰ। ਇਹ ਅਟਲ ਆਤਮਿਕ ਜੀਵਨ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦੇ ਨਾਮ ਵਿੱਚ ਪਿਆਰ ਬਣਦਾ ਹੈ। ਬਿਨ ਸ਼ਬਦੇ ਜਗ ਭੂਲਾ ਫਿਰੈ, ਮਰ ਜਨਮੇ ਵਾਰੋ ਵਾਰ। ਗੁਰੂ ਦੇ ਸ਼ਬਦ ਤੋਂ ਬਿਨਾਂ ਜਗਤ ਜੀਵਨ ਰਾਹ ਤੋਂ ਖੁੰਝਿਆ ਹੋਇਆ ਭਟਕਦਾ ਹੈ ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਸਭ ਸਲਾਹੇ ਆਪ ਕੋ, ਵੱਡੋ ਵਡੇਰੀ ਹੋਏ। ਸਾਰੀ ਦੁਨੀਆ ਆਪਣੇ ਆਪ ਨੂੰ ਸਲਾਹੁੰਦੀ ਹੈ ਕਿ ਸਾਡੀ ਵਧੇਕ ਤੋਂ ਵਧੇਕ ਵਡਿਆਈ ਇੱਜ਼ਤ ਹੋਵੇ। ਆਪਣੇ ਆਪ ਦੀ ਸੂਝ ਤੋਂ ਬਿਨਾਂ ਇਹ ਲਾਲਸਾ ਬਣੀ ਹੀ ਰਹਿੰਦੀ ਹੈ। ਗੁਰ ਬਿਨ ਆਪ ਨਾ ਚੀਨੀਏ, ਕਹੇ ਸੁਣੇ ਕਿਆ ਹੋਏ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ। ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ। ਨਾਨਕ ਸ਼ਬਦ ਪਛਾਣੀਏ, ਹਉਮੈ ਕਰੇ ਨ ਕੋਏ। ਹੇ ਨਾਨਕ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ। ਜਿਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ, ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ।